पीबीसी के दानिशमंद दर्शकों का स्वागत है। मैं गुरलाल सिंह। तो एक गल तो मैं शुरुआत करन जा रहा। सेवा देश की जिंदड़ीए बड़ी औखी गल्लां करनियां ढेर सखलियां ने। जिन्हां देश की सेवा च पैर पाया उन्हां लख मुसीबतां झल्लियां ने। ये गदरी बाबियां दी जिहड़ा कहीए तो उस वक्त जिहड़ा नारा लाया गया सीगा, इस विच ये जरूरी नहीं है कि नारा किस गल्लों है। ये इस गल्लों है कि असीं जदों किवें ना किवें देश जां किसी वास्ते असीं कुछ सेवा करते हैं, पर उदों सानूं पता लगदा असली कठिनाइयां की ने। गल्लां करन च तां असीं सारे बहुत तेज हाँ। तां तुसीं पिछले दिनों तो देखिया होना है कि श्री हरमंदर साहिब जी तो श्री अकाल तख्त साहिब जी दे एक पिछे एक उसारी हो रही है जां कुछ उत्थे काम चल रहा सीगा। तो उत्थे एक विरासत इमारत जां कह लो जां नानकशाही इट्ट द्वारा बनी हुई एक इमारत उत्थे मिली है खुदाई करदियां समय। तो उत्थे तुसीं ये भी देखिया होना कि उत्थे भाई साहब भाई बलदेव सिंह वडाला जी साबका हजूरी रागी श्री हरमंदर साहिब जी वो अज साडे नाल भी ने। आखिरकार उत्थे होया की सीगा, तां इस गल विषय उत्ते साडे नाल चर्चा करन वास्ते साडे नाल है। पहलां उन्हां दा स्वागत करदे हां। भाई साहब जी तुहाडा पीबीसी न्यूज़ ते बहुत बहुत स्वागत है जी। वाहिगुरू जी का खालसा वाहिगुरू जी की फतेह जी। भाई साहब ਅਸੀਂ ਉਹ ਵੀਡੀਓ ਤਾਂ ਜ਼ਰੂਰ ਦੇਖ ਰਹੇ ਹਾਂ ਜਿਸ ਵਿੱਚ ਜ਼ਿਆਦਾਤਰ ਸਾਨੂੰ ਦੇਖਣ ਨੂੰ ਇਹੀ ਮਿਲਿਆ ਹੈ ਕਿ ਉੱਥੇ ਝਗੜੇ ਵਰਗੀ ਸਥਿਤੀ ਬਣੀ ਹੈ, ਜਿਵੇਂ ਦੋ ਧਿਰਾਂ ਦੇ ਵਿੱਚ ਨੇ। ਇੱਕ ਧਿਰ ਅਸੀਂ ਉਹ ਕਹਿ ਸਕਦੇ ਹਾਂ ਕਿ ਜਿਹੜੀ ਬਚਾ ਰਹੀ ਹੈ ਕਿ ਕਿਸੇ ਤਰ੍ਹਾਂ ਕੋਈ ਸਾਡੀ ਵਿਰਾਸਤ ਜਗ੍ਹਾ ਲੱਭੀ ਹੈ ਤਾਂ ਉਸ ਨੂੰ ਬਚਾਇਆ ਜਾਵੇ। ਇੱਕ ਧਿਰ ਉਹ ਹੈ ਜਿਹੜੀ ਕਹਿੰਦੀ ਹੈ ਕਿ ਇਹ ਵਿਰਾਸਤ ਨਹੀਂ, ਇਹ ਕੁਛ ਵੀ ਹੈ, ਇਸ ਨੂੰ ਢਾਟੇਰੀ ਕਰਕੇ ਇੱਥੇ ਇੱਕ ਚਾਹੇ ਪਾਰਕਿੰਗ ਦੀ ਉਸਾਰੀ ਜਾਂ ਨਵੀਂ ਉਸਾਰੀ ਕਰਨੀ ਚਾਹੀਦੀ ਹੈ। ਜੀ ਭਾਈ ਸਾਹਿਬ ਕੀ ਉੱਥੋਂ ਦਾ ਜੋ ਨਜ਼ਰੀਆ ਸੀਗਾ ਕੀ ਦੱਸੋਗੇ ਜੀ? ਪਹਿਲੀ ਗੱਲ ਤਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦਿਆਂ ਸਿੱਖ ਸਦਭਾਵਨਾ ਦਲ ਵੱਲੋਂ ਬੇਨਤੀ ਕਰਦਾ ਆ ਜੀ। ਇਹ ਉਹੀ ਚੀਜ਼ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪੰਚਾਇਤੀ ਕਲਾਮ ਦਿੰਦੇ ਨੇ, ਪੰਚਾਇਤੀ ਨਿਜ਼ਾਮ ਦਿੰਦੇ ਨੇ, ਪੰਚਾਇਤੀ ਮੁਕਾਮ ਦਿੰਦੇ ਨੇ। ਮੁਕਾਮ ਤੋਂ ਭਾਵ ਉਹ ਟਿਕਾਣਾ, ਉਹ ਜਗ੍ਹਾ ਜਿੱਥੇ ਹਰ ਮਜ਼ਹਬ ਧਰਮ ਦਾ ਬੰਦਾ ਬੈਠ ਕੇ ਆਪਣੀ ਗੱਲ ਰੱਖ ਸਕਦਾ ਹੈ, ਆਪਣੀ ਗੱਲ ਦੂਜਿਆਂ ਤੱਕ ਪਹੁੰਚਾ ਸਕਦਾ ਹੈ, ਜਿਹਦਾ ਪੰਚਾਇਤੀ ਗੁਣਾਂ ਦਾ ਮਾਲਕ। ਦੂਸਰੀ ਗੱਲ ਕਲਾਮ ਪੰਚਾਇਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੁਰ ਕੀ ਬਾਣੀ। ਔਰ ਤੀਸਰਾ ਨਿਜ਼ਾਮ ਗੁਰੂ ਨਾਨਕ ਦਾ ਪੰਥ ਜੀ। ਇੱਕ ਬੰਨੇ ਪੰਚਾਇਤੀ ਲੋਕ ਨੇ, ਇੱਕ ਬੰਨੇ ਪਿਤਾ ਪੁਰਖੀ ਪਰੰਪਰਾਵਾਦੀ ਲੋਕ ਨੇ ਜਿਹੜੀ ਆਪਣੀ ਪਰੰਪਰਾ ਅਨੁਸਾਰ ਪਕੜ ਬਣਾਈ ਬੈਠੇ ਆ। ਕਈ ਦਹਾਕਿਆਂ ਤੋਂ, ਸਦੀਆਂ ਤੋਂ ਉਹ ਚਾਹੁੰਦੇ ਨੇ ਕਿ ਇਹ ਸਾਡੇ ਥੱਲਿਓਂ ਇਹ ਸਾਰਾ ਕੁਛ ਨਿਕਲ ਜਾਏ। ਜਿਵੇਂ ਮਨੂਵਾਦੀ ਸੋਚ, ਜਾਂ ਉਹ ਕਹਿ ਦਿੰਦੇ ਨੇ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਤੇ ਦੂਜੇ ਨੂੰ ਸ਼ੂਦਰ ਬਣਾ ਕੇ ਲੁੱਟਣਾ ਕੁੱਟਣਾ, ਰੱਬ ਬਣ ਕੇ ਵੀ ਬਹਿਣਾ, ਰਾਜੇ ਬਣ ਕੇ ਵੀ ਬਹਿਣਾ ਜੀ। ਇਹ ਰਾਜਿਆਂ ਦੇ ਘਰ ਚ ਜੰਮੇ ਹੋਏ ਅਮਲੀ ਰਾਜੇ ਬ੍ਰਾਹਮਣ ਤੇ ਸ਼ੂਦਰਾਂ ਦੇ ਘਰ ਭਾਵੇਂ ਰਵਿਦਾਸ ਜੰਮ ਪੈਣ, ਜਾਂ ਉਹ ਬਾਬੇ ਕਬੀਰ ਜੰਮ ਪੈਣ, ਜਾਂ ਉਹ ਹੋਰ ਬੇਅੰਤ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਜੰਮ ਪੈਣ, ਉਹਨਾਂ ਦੀ ਨਜ਼ਰ ਦੇ ਵਿੱਚ ਉਹ ਕੇਵਲ ਸ਼ੂਦਰ ਗਿਣੇ ਜਾਂਦੇ ਨੇ। ਉਹੀ ਵਖਰੇਵਾਂ ਹੈ, ਉਹੀ ਲੜਾਈ ਹੈ। ਔਰ ਇੱਕ ਬੰਨੇ ਨਰੈਣੂ ਕੋੜਮਾ ਹੈ ਜਿਹੜਾ ਗੁਰੂ ਨਾਨਕ ਦੇ ਪਵਿੱਤਰ ਕਲਾਮ ਨਿਜ਼ਾਮ ਮੁਕਾਮ ਨੂੰ ਖਤਮ ਕਰਕੇ ਪੰਚਾਇਤੀ ਗੁਣਾਂ ਦਾ ਭੋਗ ਪਾ ਕੇ ਆਜ਼ਾਦ ਫਿਜ਼ਾ ਦਾ ਨਿੱਘ ਦੇਣ ਦੀ ਬਜਾਏ ਗੁਲਾਮੀ ਗਲ ਪਾ ਕੇ ਤੇ ਆਪਣੀ ਪਿਤਾ ਪੁਰਖੀ ਪਰੰਪਰਾਵਾਦੀ ਸੋਚ ਨੂੰ ਜਿਉਂਦਾ ਰੱਖਣਾ ਚਾਹੁੰਦਾ ਹੈ। ਦੂਸਰੇ ਬੰਨੇ ਉਹ ਸ਼ਹੀਦ ਭਾਈ ਲਛਮਣ ਸਿੰਘ ਦੇ ਵਾਰਸ ਨੇ ਸਿੱਖੀ ਨੂੰ ਸਮਰਪਿਤ। ਇਹ ਇਕੱਲਾ ਮੇਰਾ ਹੀ ਨਹੀਂ, ਹਰ ਸਿੱਖ ਦਾ ਔਰ ਗੁਰੂ ਨਾਨਕ ਨਾਮ ਲੇਵਾ ਹਰ ਪ੍ਰਾਣੀ ਦਾ ਇਹੀ ਸੋਚ ਹੈ, ਇਹੀ ਮੰਜ਼ਿਲ ਹੈ ਕਿ ਪਿਤਾ ਪੁਰਖੀ ਪਕੜ ਨੂੰ ਛੱਡ ਕੇ ਪੰਚਾਇਤੀ ਗੁਣ, ਸਰਬੱਤ ਦੇ ਭਲੇ ਦੀ ਗੱਲ, ਔਰ ਜਿਹੜੀਆਂ ਇਮਾਰਤਾਂ ਦੇ ਵਿੱਚੋਂ ਉਹ ਆਵਾਜ਼ ਨਿਕਲਦੀ ਹੋਵੇ, ਜਿਨ੍ਹਾਂ ਇਮਾਰਤਾਂ ਦੇ ਵਿੱਚ ਬੈਠ ਕੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਹੋਣ, ਅਕਸਰ ਉਹਨਾਂ ਨੂੰ ਉਹ ਤਹਿਸ ਨਹਿਸ ਸ਼ੁਰੂ ਤੋਂ ਕਰਦੇ ਆਏ ਆ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸ ਸੱਚਾਈ ਨੂੰ ਰੋਕਣ ਲਈ ਸਰੀਰ ਰੂਪੀ ਇਮਾਰਤ ਨੂੰ ਤਹਿਸ ਨਹਿਸ ਕੀਤਾ ਗਿਆ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸਿੱਖ ਨੀਤੀ ਦਾ ਆਗਾਜ਼ ਹੋਇਆ, ਤਿਵੇਂ
ਅੱਜ ਸਾਡੇ ਕੋਲੇ ਇਹ ਤਖਤ ਸਹਿਬਾਨ ਨੇ, ਸਾਡੇ ਕੋਲੇ ਗੁੰਗੇ ਨੇ, ਸਾਡੇ ਕੋਲੇ ਗੜੀਆਂ ਸੀਗੀਆਂ, ਵਿਰਾਸਤਾਂ ਸੀਗੀਆਂ, ਹਰਮੰਦਰ ਸਾਹਿਬ ਦੇ ਦਰਵਾਜ਼ੇ ਸੀ ਜਿਹੜੇ ਇਹਨਾਂ ਹੀ ਭੂਰੀ ਵਾਲਿਆਂ ਦੇ ਰਾਹੀਂ ਸ਼੍ਰੋਮਣੀ ਕਮੇਟੀ ਨੇ ਲਾਏ ਨੇ, ਕਸ਼ਮੀਰ ਸਿੰਘ ਰਾਹੀਂ ਲੜਾਈਆਂ ਖਾਧੀਆਂ, ਸਾਡੀ ਵਿਰਾਸਤ ਨੂੰ ਖਤਮ ਕੀਤਾ। ਇਹ ਅੱਜ ਵੀ ਲੱਗੇ ਹੋਏ ਨੇ ਕਿ ਉਹ ਕਿਧਰੇ ਦਰਸ਼ਨ ਕਰਕੇ ਆਉਣ ਵਾਲੀ ਪਨੀਰੀ ਨੂੰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜੀਆ, ਨਵਾਬ ਕਪੂਰ ਸਿੰਘ, ਸ਼ਹੀਦ ਭਾਈ ਬਾਬਾ ਦੀਪ ਸਿੰਘ ਵਰਗੇ ਯੋਧੇ ਬਣਨ ਦਾ ਕਿਧਰੇ ਅੰਦਰ ਚਾਹ ਪੈਦਾ ਨਾ ਹੋ ਜਾਏ, ਕਿਉਂਕਿ ਇਹ ਆਜ਼ਾਦ ਫਿਜ਼ਾ ਦੇ ਨਿੱਘ ਦੇਣ ਦੀ ਗੱਲ ਫੇਰ ਕਰਨਗੇ। ਇਹਨਾਂ ਲੋਕਾਂ ਨੇ ਲੋਕਾਂ ਦਾ ਸਰਮਾਇਆ ਵੇਚ ਕੇ ਜੰਮਦੇ ਵੀ ਅਰਬਾਂ ਪਤੀ ਤੇ ਮਰਦੇ ਵੀ ਅਰਬਾਂ ਪਤੀ ਬਣਨ ਦਾ ਠੇਕਾ ਲੈ ਰੱਖਿਆ ਆ। ਦੂਸਰੇ ਪਾਸੇ ਸਾਡੇ ਜਿਹੜੇ ਲੋਕ ਅਸੀਂ ਲੜ ਰਹੇ ਹਾਂ ਸੱਚ ਦੇ ਮਦਈ ਬਣ ਕੇ, ਸਾਡੇ ਵਰਗੇ ਸਾਰੀ ਜ਼ਿੰਦਗੀ ਟੈਕਸ ਵੀ ਦੇਣ, ਜੰਮਦੇ ਵੀ ਕਰਜ਼ਾਈ ਤੇ ਮਰਦੇ ਵੀ ਕਰਜ਼ਾਈ ਰਹਿਣ। ਲੜਾਈ ਮੂਲ ਰੂਪ ਵਿੱਚ ਇਹ ਹੈ। ਇਸ ਲਈ ਇਹ ਸਾਡੀਆਂ ਇਮਾਰਤਾਂ ਨੂੰ, ਵਿਰਾਸਤਾਂ ਨੂੰ ਇਹ ਭੰਨ ਤੋੜ ਕਰਕੇ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਪਿਤਾ ਪੁਰਖੀ ਕਬਜ਼ਾ ਬਹਾਲ ਰੱਖਿਆ ਜਾਏ। ਅਸੀਂ ਚਾਹੁੰਦੇ ਹਾਂ ਕਿ ਪੰਚਾਇਤੀ ਗੁਣ ਬਹਾਲ ਹੋਣ। ਜੀ, ਤਾਂ ਭਾਈ ਸਾਹਿਬ ਤੁਹਾਨੂੰ ਇਹ ਇਤਲਾਹ ਕਿੱਥੋਂ ਮਿਲੀ ਜਦੋਂ ਅਸੀਂ ਉਹ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ, ਆਖਰਕਾਰ ਤੁਹਾਨੂੰ ਕਿਵੇਂ ਕਿਸ ਨੇ ਪਹੁੰਚ ਕੀਤੀ, ਜਾਂ ਉਹ ਚਾਹੇ ਸਿੱਖ ਤੁਸੀਂ ਨਾਂ ਵੀ ਨਾ ਲੈਣਾ ਚਾਹੋ ਨਾ ਲੈ ਸਕਦੇ ਹੋ, ਜਾਂ ਉਹ ਅਸਲ 'ਚ ਹੋਇਆ ਕੀ ਹੈ? ਜੀ ਇਸ ਤਰ੍ਹਾਂ ਹੋਇਆ ਜੀ, ਜਦੋਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ 2016-22 ਮਾਰਚ ਤੋਂ, ਤੇ ਕੋਈ ਵੀ ਘਟਨਾ ਵਾਪਰਦੀ ਹੈ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨੂੰ ਪਹੁੰਚਿਆ ਜਾਏ, ਨਜਿੱਠਿਆ ਜਾਏ, ਲੜਿਆ ਜਾਏ। ਫਿਰ ਜਿਹੜੇ ਗੁਰਸਿੱਖ ਦਰਦ ਰੱਖਦੇ ਨੇ ਵੀਰ, ਜੇ ਉਹ ਲੜ ਨਹੀਂ ਸਕਦੇ ਤੇ ਉਹ ਸਾਨੂੰ ਦੱਸ ਦਿੰਦੇ ਨੇ ਜੀ, ਜਾਂ ਉਹ ਵੀਡੀਓ ਰਾਹੀਂ, ਫੋਟੋਆਂ ਰਾਹੀਂ, ਇਹ ਵੀ ਮੈਂ ਵੀਰ ਦਾ ਨਾਂ ਨਹੀਂ ਲਵਾਂਗਾ, ਬਕਾਇਦਾ ਉਹਨੇ ਉੱਥੋਂ ਸਾਰੀ ਉਹਨੇ ਵੀਡੀਓ ਬਣਾਈ, ਉਸੇ ਤੱਕ ਵਕਤ ਸਾਨੂੰ ਪਾਈ, ਅਸੀਂ ਬਾਕੀਆਂ ਸਾਰਿਆਂ ਨਾਲ ਸਾਂਝੀ ਕੀਤੀ ਕਿ ਆ ਉੱਥੇ ਵਾਪਰਿਆ। ਤੇ ਉਹ ਵੀਡੀਓ ਫੋਟੋਜ਼ ਮਿਲਣ ਤੇ ਅਸੀਂ ਉੱਥੇ ਜਾ ਕੇ ਜਦੋਂ ਵੇਖਣ ਦਾ ਯਤਨ ਕੀਤਾ, ਪਹਿਲਾਂ ਅਸੀਂ ਉੱਥੇ ਪੰਥਕ ਹੋਕੇ ਚ ਗਏ ਆ ਜੀ। 9 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ। 328 ਸਰੂਪ ਜਿਹੜੇ ਬਾਦਲ ਕਿਆ ਚੋਰੀ ਵੇਚੇ ਨੇ ਉਹਨਾਂ ਨੂੰ ਲੈ ਕੇ ਉੱਥੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕਰਕੇ ਫਿਰ ਅਸੀਂ ਉਧਰ ਨੂੰ ਗਏ। ਕੋਈ ਬਹੁਤਾ ਵੱਡਾ ਇਕੱਠ ਨਹੀਂ ਸੀ, 10 ਜਾਂ 15 ਹੋਵਾਂਗੇ ਅਸੀਂ, ਜਿਹੜਾ ਜਾ ਕੇ ਸਿਰਫ ਇੰਨਾ ਹੀ ਕਿਹਾ ਸੀ ਵੀ ਤੁਸੀਂ ਇਸ ਕੰਮ ਨੂੰ ਕੁਛ ਸਮੇਂ ਲਈ ਰੋਕ ਲਓ, ਅਸੀਂ ਵੇਖਣ ਆਏ ਆ ਕਿ ਉਹ ਨਿਕਲਿਆ ਕੀ ਹੈ। ਨਾ ਤਾਂ ਉਹ ਸਾਨੂੰ ਵਿਖਾਇਆ ਗਿਆ ਤੇ ਨਾ ਸਾਨੂੰ ਉੱਥੇ ਉਹ ਨੇੜੇ ਲੱਗਣ ਦਿੰਦੇ ਸੀ ਕਿ ਵੀਡੀਓ ਤੁਹਾਡੇ ਸਾਹਮਣੇ ਵਾਇਰਲ ਹੋ ਚੁੱਕੀਆਂ ਨੇ। ਸਾਡੇ ਇੱਕ ਬਜ਼ੁਰਗ ਨੂੰ ਸੱਟ ਲਾਈ ਗਈ, ਹੱਥੋਂ ਪਾਈ ਵੀ ਹੋਏ। ਪੁਲਿਸ ਦੇ ਰਾਹੀਂ ਸਾਡੇ 2 ਸਿੰਘਾਂ ਦੀਆਂ ਸ੍ਰੀ ਸਾਹਿਬਾਂ ਲੈ ਲਈਆਂ ਗਈਆਂ ਤੇ ਇਹਨਾਂ ਦੇ ਹੱਥਾਂ ਚੋਂ ਰੋੜੇ ਛਡਾਉਣ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ ਵੀ ਤੁਸੀਂ ਰੋੜੇ ਛੱਡ ਦਿਓ। ਸਾਡੇ ਕੋਲ ਤਾਂ ਪੁਲਿਸ ਦੇ ਰਾਹੀਂ ਸਾਡੇ ਸਿੰਘਾਂ ਤੋਂ ਸ੍ਰੀ ਸਾਹਿਬਾਂ ਲੈ ਲਈਆਂ, 2 ਸਿੰਘਾਂ ਤੋਂ ਜੀ। ਔਰ ਏਦਾਂ ਦਾ ਸਾਰਾ ਘਟਨਾਕ੍ਰਮ ਵਾਪਰਿਆ। ਸ਼ਬਦਾਵਲੀ ਉਹਨਾਂ ਦੀ ਜਿਹੜੀ ਸੀ ਉਹ ਤੁਹਾਡੇ ਸਾਹਮਣੇ ਹੀ ਹੈ ਵੀ ਕਿਸ ਤਰ੍ਹਾਂ ਦੀ ਸੀ। ਉਹ ਸਾਰਾ ਕੁਛ ਜਿਹੜਾ ਸੀਗਾ ਉਧਰੋਂ ਵਾਪਰਿਆ ਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਦਾ ਏ। ਉਸ ਵਕਤ ਤਾਂ ਉਹਨਾਂ ਨੇ SDM ਸਾਹਿਬ ਨੇ ਗੱਲ ਕਹਿ ਦਿੱਤੀ, ਵੀਡੀਓ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਕਿ ਮੁਕੰਮਲ ਤੌਰ ਤੇ ਇਸ ਨੂੰ ਸੀਲ ਕਰ ਦਿੱਤਾ ਜਾਏ ਜਦ ਤੱਕ ਇਹਦਾ ਸਰਵੇਖਣ ਨਹੀਂ ਹੋ ਜਾਂਦਾ ਜੀ। ਔਰ ਸਾਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇੱਥੋਂ ਜਾਓ, ਤੁਹਾਡੇ ਕਰਕੇ ਇੱਥੇ ਕੋਈ ਤੁਹਾਨੂੰ ਸੱਟ ਪੇਟ ਲੱਗ ਗਈ ਜਾਂ ਕੋਈ ਹੋਰ ਘਟਨਾ ਵਾਪਰ ਗਈ ਤੇ ਮਾੜੀ ਗੱਲ ਹੋਊ। ਚਲੋ ਅਸੀਂ ਪ੍ਰਸ਼ਾਸਨ, ਕਾਨੂੰਨ, ਲੜਾਈ ਝਗੜੇ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਪੰਥਕ ਹੋ ਕੇ ਦੇ ਥੜੇ ਤੇ ਆ ਕੇ ਬਹਿ ਗਏ। ਅਫਸੋਸ ਪੁਲਿਸ ਵੱਲੋਂ ਭੇਜੇ ਗਏ SDM ਸਾਹਿਬ ਭਲਵਾਨੀ ਗੇੜਾ ਦੇ ਕੇ ਚਲੇ ਗਏ, ਪਰ ਕਸ਼ਮੀਰ ਸਿੰਘ ਭੂਰੀ ਵਾਲੇ ਔਰ ਜਿਹੜਾ ਸੀਗਾ ਪੁਲਿਸ ਪ੍ਰਸ਼ਾਸਨ, ਮਗਰੋਂ ਬੈਠੀ ਹੋਈ ਪੁਲਿਸ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਉਹਨਾਂ ਦਾ ਮੈਨੇਜਰ ਜਿਹੜਾ ਉਹ ਲਾਇਆ ਹੋਇਆ ਗੁਰਵਿੰਦਰ ਸਿੰਘ ਮੱਥਲੇਵਾਲ, ਇਹਨਾਂ ਸਾਰਿਆਂ ਨੇ ਸਾਰੀ ਰਾਤ ਬਲਡੋਜ਼ਰ ਚਲਾਏ, JCB ਚਲਾਈਆਂ। ਇਹ ਸਭ ਰੋਕਣ ਦੇ ਬਾਵਜੂਦ ਜੀ, ਇਹ ਜਦੋਂ SDM ਸਾਹਿਬ ਨੇ ਆਦੇਸ਼ ਦੇ ਦਿੱਤੇ ਕਿ ਇੱਥੇ ਜੀ, ਉਦੋਂ ਬਾਅਦ ਫਿਰ ਵੀ ਕੰਮ ਬਲਡੋਜ਼ਰ ਚੱਲਦੇ ਰਹੇ ਆ।
ਸਾਰੀ ਰਾਤ ਚੱਲਦੇ ਰਹੇ ਆ ਜੀ। ਔਰ ਰਾਤ 11:38 ਤੇ ਪਰਮਿੰਦਰ ਸਿੰਘ ਭੰਡਾਲ ਨੇ, SSP ਹਰਜੀਤ ਸਿੰਘ ਨੇ 11:15 ਵਜੇ ਵੀਡੀਓ ਮੈਂ ਦੁਬਾਰੇ ਉੱਥੋਂ ਬਣਵਾ ਕੇ ਉਹਨਾਂ ਨੂੰ ਭੇਜੀਆਂ ਕਿ ਤੁਸੀਂ ਕਹਿ ਰਹੇ ਹੋ ਅਸੀਂ ਕੰਮ ਰੋਕ ਦਿੱਤਾ ਹੈ, ਜਿਉਂ ਦਾ ਤਿਉਂ ਚੱਲ ਰਿਹਾ ਹੈ। ਇੱਕ ਬੰਨੇ ਦੀ ਨੁੱਕਰ ਸੀਲ ਕੀਤੀ ਆ, ਜਿਹੜਾ ਦੀ ਵੀਡੀਓ ਸਾਹਮਣੇ ਆ ਗਈ ਆ। ਬਾਕੀ ਜਿਹੜਾ ਇਹਨਾਂ ਨੇ ਪੁੱਟ ਦਿੱਤਾ ਉੱਥੋਂ ਕੀ ਕੁਝ ਪੁੱਟ ਕੇ ਸੁੱਟਿਆ ਗਿਆ, ਇਹ ਤੇ ਕਸ਼ਮੀਰ ਜੀ ਭੂਰੀ ਵਾਲੇ ਹੀ ਦੱਸ ਸਕਦੇ ਨੇ। ਤੇ ਜਾਂ ਸ਼੍ਰੋਮਣੀ ਕਮੇਟੀ ਜਿਹੜੀ ਨਰੈਣੂ ਮਹੰਤ ਦਾ ਅੱਜ ਰੂਪ ਧਾਰਨ ਕਰ ਗਏ ਨੇ, ਜਿਹੜੇ ਉੱਥੇ ਬੈਠੇ ਨੇ, ਇਹ ਦੱਸਣ, ਜਾਂ ਉਹ ਪੁਲਿਸ ਵਾਲੇ ਉੱਥੇ ਦੱਸਣ ਜਿਨ੍ਹਾਂ ਦੀ ਹਾਜ਼ਰੀ ਚੋਂ ਪੁੱਟ ਕੇ ਸੁੱਟਿਆ ਗਿਆ ਕਿ ਇਸ ਨੁੱਕਰ ਨੂੰ ਤੁਸੀਂ ਸੀਲ ਕਰ ਦਿੱਤਾ ਆ। ਜਿਹੜਾ ਬਾਕੀ ਉੱਥੇ ਤਕਰੀਬਨ ਕਿੱਲਾ ਥਾਂ ਤੁਸੀਂ ਪੁੱਟ ਸੁੱਟਿਆ ਆ, ਉੱਥੋਂ ਕੀ ਨਿਕਲਿਆ ਕੀ ਨਹੀਂ ਨਿਕਲਿਆ ਇਹ ਇਹੀ ਜਾਣਦੇ ਨੇ, ਕਿਉਂਕਿ ਅਜੇ ਵੀ ਉਹਨਾਂ ਦਾ ਕੰਮ ਜਿਹੜਾ ਉਹ ਜਾਰੀ ਹੈ। ਇੰਝ ਲੱਗਦਾ ਕਿ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ, ਸਿੱਖ ਵਿਰੋਧੀ ਤਾਕਤਾਂ, ਇਹ ਬਾਦਲ ਕੋੜਮਾ, ਨਰੈਣੂ, ਇਹ ਸਭ ਰਲੇ ਹੋਏ ਨੇ ਜੋ ਸਿੱਖਾਂ ਦੀਆਂ ਨਿਸ਼ਾਨੀਆਂ ਤਹਿਸ ਨਹਿਸ ਕਰਕੇ ਉੱਥੇ ਰਾਮ ਸ਼ਬਦ ਲਿਖੀਆਂ ਇੱਟਾਂ ਦੱਬ ਕੇ ਇੱਕ ਨਵੇਂ ਵੱਡੇ ਵਿਵਾਦ ਨੂੰ, ਇੱਕ ਬੜੇ ਵੱਡੇ ਕਹਿ ਲਈਏ ਫਸਾਦ ਨੂੰ ਜਨਮ ਦੇ ਰਹੇ ਆ ਜੀ। ਭਾਈ ਸਾਹਿਬ, ਇਹ ਜਿਹੜੀ ਇੱਟ ਦੇ ਤੁਸੀਂ ਜ਼ਿਕਰ ਕੀਤਾ ਇਹ ਵੀ ਨਾਨਕਸ਼ਾਹੀ ਇੱਟ ਉੱਤੇ ਤਰਾਸ਼ੀ ਕੀਤੀ ਗਈ ਹੈ ਜਾਂ ਉਹਦੇ ਉੱਤੇ ਰਾਮ ਲਿਖਿਆ ਗਿਆ, ਕਿ ਉਹ ਦੂਸਰੀ ਇੱਟ ਨੂੰ ਵੀ ਉਹੀ ਪੁਰਾਣੇ ਕਾਰ ਦੇ ਲੱਭ ਕੇ ਉਹਦੇ ਵਿੱਚ ਕੀਤਾ ਗਿਆ? ਜੀ ਭਾਈ ਸਾਹਿਬ, ਤੁਹਾਡੇ ਕੋਲ ਆਵਾਜ਼ ਆ ਰਹੀ ਹੈ ਜੀ ਮੇਰੀ? ਮੈਂ ਕਹਿ ਰਿਹਾ ਸੀਗਾ ਕਿ ਜਿਹੜੀ ਤੁਸੀਂ ਇੱਟ ਦੀ ਜ਼ਿਕਰ ਕੀਤਾ ਜਿਸ ਤੇ ਰਾਮ ਲਿਖਿਆ ਗਿਆ, ਜਿਸ ਤੇ ਉਹ ਤਰਾਸ਼ੀ ਜਾਂ ਕਿਸੇ ਤਰ੍ਹਾਂ ਉਸ ਤੇ ਨਾਮ ਲਿਖਿਆ ਗਿਆ, ਉਹ ਵੀ ਕੋਈ ਨਾਨਕਸ਼ਾਹੀ ਇੱਟ ਹੈ ਜਾਂ ਉੱਥੋਂ ਕਿਤੇ ਇੱਟਾਂ ਪੁਰਾਣੀਆਂ ਨੂੰ ਲੱਭ ਕੇ ਉਹਨਾਂ ਤੇ ਲਿਖ ਕੇ ਉਹਨਾਂ ਨੂੰ ਦਬਾਇਆ ਜਾ ਰਿਹਾ ਉੱਥੇ? ਇਹ ਰਾਮ ਸ਼ਬਦ ਲਿਖੀਆਂ ਇੱਟਾਂ ਕਿਸੇ ਭੱਠੇ ਤੋਂ ਖਰੀਦ ਕੇ ਲਾਈਆਂ ਜਾ ਰਹੀਆਂ ਸੀ, ਜਿਨ੍ਹਾਂ ਦਾ ਸਾਨੂੰ ਕਿਸੇ ਸੱਜਣ ਨੇ ਦੱਸਿਆ ਜਾਂ ਸਾਨੂੰ ਜੁਝਾਰ TV ਰਾਹੀਂ ਪਤਾ ਲੱਗਿਆ। ਅਸੀਂ ਉਹਦਾ ਨੋਟਿਸ ਲਿਆ ਔਰ ਉਸ ਕੰਮ ਨੂੰ ਰੋਕਿਆ, ਉੱਥੋਂ ਇੱਟਾਂ ਚੁਕਾਈਆਂ। ਪਰ ਜਿਹੜੀਆਂ ਲੱਗੀਆਂ ਸੀਗੀਆਂ ਉਹਨਾਂ ਦਾ ਅਜੇ ਸਰਵੇਖਣ ਕਰਨਾ ਜ਼ਰੂਰੀ ਹੈ ਕਿ ਉੱਥੇ ਲੱਗੀਆਂ ਕਿੰਨੀਆਂ ਰਹਿ ਗਈਆਂ ਨੇ। ਉਹ ਕਿਹੜੀ ਜਗ੍ਹਾ ਹੈ ਜੀ? ਰਾਮ ਸ਼ਬਦ ਲਿਖੀਆਂ ਜੀ, ਉਹ ਕਿਹੜੀ ਜਗ੍ਹਾ ਹੈ ਜੀ? ਉਹ ਕਿਹੜੀ ਜਗ੍ਹਾ ਹੈ ਜਿੱਥੇ ਰਾਮ ਸ਼ਬਦ ਵਾਲੀਆਂ ਇੱਟਾਂ ਨੂੰ, ਜਿਹੜੀ ਜਗ੍ਹਾ ਪੁੱਟੀ ਜਾ ਰਹੀ ਆ, ਬਿਲਕੁਲ ਉਹੀ ਰਸਤਾ ਆ ਜਿਹੜਾ ਲਾਗੇ ਬਚਿਆ ਹੋਇਆ ਜਿੱਥੇ ਉਹ ਲਾਈਆਂ ਗਈਆਂ ਸੀ ਜੀ। ਤੇ ਭਾਈ ਸਾਹਿਬ, ਨਾਨਕਸ਼ਾਹੀ ਕੱਢੀਆਂ ਜਾ ਰਹੀਆਂ ਜੀ। ਭਾਈ ਸਾਹਿਬ, ਇੱਕ ਗੱਲ ਤੁਸੀਂ ਇਹ ਵੀ ਜ਼ਰੂਰ ਦੱਸ ਦਿਓ, ਜਿਹੜੇ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਜਦੋਂ ਮੌਕੇ ਤੇ, ਤਾਂ ਜਿਹੜੇ ਦੂਸਰੇ ਜਿਹੜੇ ਉੱਥੇ ਚਾਹੇ ਸੇਵਾਦਾਰ ਕਹਿ ਲਈਏ ਉੱਥੇ, ਭਾਈ ਸਾਹਿਬ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ, ਉੱਥੇ ਦੇ ਜਿਹੜੇ ਸੇਵਾਦਾਰ ਸੀਗੇ, ਚਾਹੇ ਉਹ ਜਿਹੜੀ ਸੇਵਾ ਕਰ ਰਹੇ ਸੀ ਪਟਾਈ ਦੀ ਜਿਹਨੂੰ ਅਸੀਂ ਕਹਿ ਲਈਏ, ਉਹਨਾਂ ਦੀ ਅਗਵਾਈ ਕੌਣ ਕਰ ਰਿਹਾ ਸੀ ਜਿਨ੍ਹਾਂ ਨੇ ਆਣ ਕੇ ਤੁਹਾਡੇ ਨਾਲ ਗੱਲਬਾਤ ਕੀਤੀ? ਕੋਈ ਉਹਨਾਂ ਦਾ ਮੁਖੀ ਉੱਥੇ ਲੀਡਰ ਜਾਂ ਕਹਿ ਲਈਏ ਕੋਈ ਪਹੁੰਚੇ ਸੀਗੇ ਜੀ ਮੁਖੀ ਉਹਨਾਂ ਦੇ? ਉੱਥੇ ਜੀ ਜਿਹੜਾ ਵਾਲੇ ਕਸ਼ਮੀਰ ਸਿੰਘ ਹੁਣਾਂ ਵੱਲੋਂ ਬਾਬਿਆਂ ਦੇ ਜਿਹੜੇ ਸੀਗੇ, ਉਹ ਤਾਂ ਇਹਨਾਂ ਦਾ ਇੱਕ ਸੁੱਖਾ ਬਾਬਾ ਉਹਨੂੰ ਕਹਿੰਦੇ ਨੇ, ਜਿਹੜਾ ਇੱਕ ਸਾਈਡ ਤੇ ਬੈਠਾ ਫੋਨ ਕੰਨ ਨੂੰ ਲਾਈ ਬੈਠਾ ਸੀਗਾ, ਔਰ ਉਹਦੀ ਜਿਹੜੀ ਬ੍ਰਿਗੇਡ ਸੀ ਸਾਰੀ ਸਾਡੇ ਦੁਆਲੇ ਹੋਈ ਸੀ, ਉਹ ਤਮਾਸ਼ਾ ਵੇਖ ਰਿਹਾ ਸੀ। ਮਤਲਬ ਕਿ ਕਿਸੇ ਨੇ ਪਹਿਲਾਂ ਗੱਲਬਾਤ ਨਹੀਂ ਕੀਤੀ, ਸ਼ੁਰੂ ਤੋਂ ਝਗੜੇ ਦੀ ਵਿੱਚ ਸਥਿਤੀ ਦੇ ਵਿੱਚ ਤਬਦੀਲ ਕਰ ਦਿੱਤਾ, ਪਹਿਲਾਂ ਕੋਈ ਗੱਲਬਾਤ ਨਹੀਂ ਹੋਈ? ਜੀ ਬਿਲਕੁਲ, ਅਸੀਂ ਜਿਹੜੀ ਗੱਲ ਉਹਨਾਂ ਨੇ ਕਹਿਣੀ ਸੀ ਉਹ ਅਸੀਂ ਕਹਿ ਰਹੇ ਸਾਂ ਕਿ ਆਪਾਂ ਇੱਕ ਬੰਨੇ ਦਰੀ ਵਿਛਾ ਕੇ ਛਾਵੇਂ ਬੈਠਦੇ ਆ ਜੀ। ਸਾਰੇ ਬੰਦਿਆਂ ਨੂੰ ਤੁਸੀਂ ਅੱਧਾ ਘੰਟੇ ਵਾਸਤੇ ਕੰਮ ਰੋਕ ਲਓ, ਖੜਾਕ ਹੁੰਦਾ ਹੈ, ਰੌਲਾ ਪੈਂਦਾ, ਗੱਲ ਦਾ ਪਤਾ ਨਹੀਂ ਲੱਗ ਰਿਹਾ ਜੀ। ਨਾਲੇ ਆਪਾਂ ਉਹਨਾਂ ਚ ਇਹਦਾ ਸਰਵੇਖਣ ਕਰ ਲੈਨੇ ਵੀ ਹੈ ਕਿ ਬਾਕੀਆਂ ਦੀ ਸਲਾਹ ਲੈ ਲੈਂਦੇ ਆ। ਉਹ ਸਾਡੀ ਗੱਲ ਸੁਣ ਤੇ ਰਾਜੀ ਨਹੀਂ ਸੀ, ਨਾ ਕੰਮ ਰੁਕਣਾ ਹੈ, ਤੁਸੀਂ ਇੱਥੋਂ ਨਿਕਲ ਕੇ ਇੱਕ ਸਾਈਡ ਤੇ ਆਓ। ਉਹਨਾਂ ਦਾ ਮਕਸਦ ਸੀ ਕਿ ਜਿਵੇਂ ਪਿਛਲੇ ਦਿਨੀ 40 ਦਿਨ ਬੈਠੇ ਰਹੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਲੈ ਕੇ, 40ਵੇਂ ਦਿਨ ਉਹਨਾਂ ਨੂੰ ਕਹਿੰਦੇ ਜੀ ਆਓ ਅੰਦਰ ਬਹਿ ਕੇ ਗੱਲ ਕਰਦੇ ਆ। ਅੰਦਰ ਵਾੜ ਕੇ ਇਹਨਾਂ ਨੇ 4 ਘੰਟੇ ਉਹਨਾਂ ਦੀ ਉਹ ਕਟਾਈ ਕੀਤੀ, ਔਰ ਰਹਿ ਰੱਬ ਦਾ ਨਾਂ ਜਿਹੜੀ ਨਰੈਣੂ ਮੰਤਵ ਨਹੀਂ ਕਰ ਸਕਿਆ ਉਹ ਕੰਮ ਇਹਨਾਂ ਨੇ ਕੀਤੇ। ਇਹ ਸਾਨੂੰ ਵੀ ਉਵੇਂ ਕਰਨਾ ਚਾਹੁੰਦੇ ਸੀਗੇ ਵੀ ਤੁਸੀਂ ਆਓ ਆਪਾਂ ਬਹਿ ਕੇ ਗੱਲ ਕਰਦੇ ਆ, ਪਰ ਇਹ ਸੋਸ਼ਲ ਮੀਡੀਆ ਕਰਕੇ ਤੁਸੀਂ ਸਭ ਕੁਝ ਲਾਈਵ ਕੀਤੀ ਰੱਖਿਆ ਜੀ। ਅਸੀਂ ਉਹ ਇਹਨਾਂ ਦੇ ਨਾਲ ਜਾਣ ਦੀ ਬਜਾਏ ਅਸੀਂ ਕਹਿੰਦੇ ਸਾਂ ਇੱਥੇ ਹੀ ਬੈਠਦੇ ਆਪਾਂ ਦਰੀ ਵਿਛਾ ਕੇ, ਨਾਲੇ ਸੰਗਤ ਵੇਖ ਰਹੀ ਆ, ਸੰਗਤ ਦੀ ਕਚਹਿਰੀ 'ਚ ਬੈਠਦੇ ਆ।
ਔਰ ਜਿਹੜੀ ਗੱਲ ਇਹਨਾਂ ਕਹਿਣੀ ਸੀ ਉਹ ਅਸੀਂ ਕਹਿ ਰਹੇ ਸਾਂ, ਪਰ ਇਹਨਾਂ ਦਾ ਗੱਲ ਕਰਨ ਵਾਸਤੇ ਕੋਈ ਮੂਡ ਨਹੀਂ ਸੀ। ਗੱਲ ਪੈਣ ਦੀ ਗੱਲ ਸੀ, ਕੁੱਟਣ ਦੀ ਗੱਲ ਸੀ। ਸੰਗਤ ਦੀ ਹਾਜ਼ਰੀ ਸੀ, 4 ਚੁਫੇਰੇ ਕੈਮਰੇ ਔਨ ਸਨ ਸੰਗਤਾਂ ਦੇ, ਇਸ ਲਈ ਇਹਨਾਂ ਦਾ ਹੀਆ ਜਿਹੜਾ ਸੀਗਾ ਉਹ ਪੂਰਾ ਅੰਦਰੋਂ ਤਾਂ ਤਿਆਰੀ ਸੀ, ਪਰ ਬਾਹਰੋਂ ਕਿਤੇ ਨਾ ਕਿਤੇ ਡਰਦੇ ਸੀ ਕਿ ਸਾਡੀ ਇਹ ਬੇਇੱਜ਼ਤੀ ਹੋਊਗੀ ਜੀ। ਪਰ ਸ਼ਬਦਾਵਲੀ ਉਹਨਾਂ ਦੀ ਜਿਹੜਾ ਗੁਰਵਿੰਦਰ ਸਿੰਘ ਮੱਥੇਵਾਲ ਉਹਨਾਂ ਦਾ ਮੈਨੇਜਰ ਅਗਵਾਈ ਕਰ ਰਿਹਾ ਸੀਗਾ, ਉਹਦੇ ਪਿੱਛੇ ਇਹਨਾਂ ਦੀ ਟਾਸਕ ਫੋਰਸ, ਹੋਰ ਇਹਨਾਂ ਦੇ ਮੈਨੇਜਰ ਤੇ ਹੋਰ ਸਕੱਤਰ ਸਟਾਫ ਜਿਹੜਾ ਸੀ, ਪੂਰੀ ਫੌਜ ਲੈ ਕੇ ਸਾਡੇ ਤੇ ਚੜ ਕੇ ਆਇਆ ਸੀਗਾ ਕਿ ਜਿਵੇਂ ਇਹਨਾਂ ਨੂੰ ਅੱਜ ਅਸੀਂ ਇੱਥੋਂ ਇਹਨਾਂ ਦਾ ਕੁਛ ਨਾ ਕੁਛ ਕਰਾਂਗੇ। ਇਹ ਵਾਰ-ਵਾਰ ਸੱਚ ਬੋਲਣ ਦੀ ਗੱਲ ਕਿਉਂ ਕਰਦੇ ਆ ਜੀ। ਭਾਈ ਸਾਹਿਬ, ਜਦੋਂ ਤੁਸੀਂ ਸਰਵੇਖਣ ਦੀ ਗੱਲ ਕੀਤੀ ਹੈ, ਉਹਨਾਂ ਚਾਹੇ ਨਹੀਂ ਕਰਨ ਦਿੱਤਾ, ਉੱਥੋਂ ਬੜਾ ਕੁਝ ਇਤਿਹਾਸਿਕ ਪ੍ਰਾਪਤ ਹੋ ਸਕਦਾ ਹੈ, ਤੇ ਉਹ ਸਰਵੇਖਣ 'ਚ ਕੋਈ ਤੁਹਾਡੇ ਕੋਈ ਜਾਣਕਾਰ ਕੋਈ ਹੈ ਜਿਸ ਨੇ ਕੁਝ ਦੱਸਿਆ ਹੋਵੇ ਕਿ ਇਹ ਜਿਹੜੀ ਇਮਾਰਤ ਲੱਭੀ ਗਈ ਹੈ ਨਾਨਕਸ਼ਾਹੀ ਇੱਟ ਵਾਲੀ, ਇਸ ਦਾ ਇਤਿਹਾਸ ਕੀ ਹੈ? ਜਿਹੜੀ ਹੁਣ ਤੱਕ ਸਾਡੇ ਕੋਲ ਪੁਰਾਤਨ ਗੱਲਾਂ ਆਈਆਂ ਨੇ, ਇੱਥੋਂ ਤੱਕ ਕਿ ਜਿਹੜੇ ਕੋਛੜ ਸਾਹਿਬ ਨੇ ਉੱਥੇ ਇੱਕ ਬੜੇ ਪੁਰਾਣੇ ਉਹ ਖੋਜ ਕਰਦੇ ਆ ਰਹੇ ਨੇ ਕਈਆਂ ਸਾਲਾਂ ਤੋਂ, ਔਰ ਉਹਨਾਂ ਦੀ ਜਿਹੜੀ ਅਣਸ ਹੈ ਉਹ ਮਲਕ ਭਾਗੋ ਦੇ ਨਾਲ ਜਾ ਕੇ ਜੁੜਦੀ ਹੈ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਗੁਰੂ ਨਾਨਕ ਦੇ ਘਰ ਨੂੰ ਇੰਨਾ ਪਿਆਰ ਕਾਹਦੇ ਤੋਂ ਕਰਦੇ ਹੋ ਵੀ ਤੁਸੀਂ ਪੁਰਾਣੇ ਗੁਰਦੁਆਰੇ ਲੱਭ ਕੇ ਲਿਆਉਨੇ ਜੀ? ਉਹਨਾਂ ਨੇ ਕਿਹਾ ਵੀ ਸਾਡੇ ਮਲਕ ਭਾਗੋ ਨੂੰ ਭਾਗਾਂ ਵਾਲਾ ਗੁਰੂ ਨਾਨਕ ਨੇ ਕੀਤਾ, ਉਦੋਂ ਬਾਅਦ ਅਸੀਂ ਗੁਰੂ ਨਾਨਕ ਦੀ ਚਰਨ ਛੋਹ ਨੂੰ ਪਿਆਰ ਕਰਦੇ ਹਾਂ, ਅਸੀਂ ਨਹੀਂ ਛੱਡਦੇ। ਉਹਨਾਂ ਨੇ ਪੰਜਾਬ ਚ ਪੰਜਾਬੀਅਤ, ਸਿੱਖ ਰਾਜ ਦੀਆਂ ਨਿਸ਼ਾਨੀਆਂ, ਸਿੱਖ ਮਿਸਲਾਂ ਦੀਆਂ ਨਿਸ਼ਾਨੀਆਂ ਸਾਰੀਆਂ ਰੱਖੀਆਂ। ਤੇ ਕੱਲ ਮੇਰੀ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਔਰ ਉਹਨਾਂ ਨੇ ਇੱਕ ਮੀਟਿੰਗ ਵੀ ਇਹਨਾਂ ਨਾਲ ਕੀਤੀ, ਜਿਹਦੇ ਵਿੱਚ ਉਹਨਾਂ ਦੱਸਿਆ ਕਿ ਇਹ ਇਮਾਰਤ ਜਿਹੜੀ ਹੈ ਕਰੀਬਨ 250 ਸਾਲ ਪੁਰਾਣੀ ਹੈ ਜੀ, ਔਰ ਇਹ ਸਿੱਖਾਂ ਦੀ ਵਿਰਾਸਤ ਹੈ। ਬਿਲਕੁਲ ਜੀ। ਸਿੱਖ ਇਹਨਾਂ ਨੂੰ ਹੀ ਵੇਖਣ ਆਉਂਦੇ ਸਨ, ਨਾ ਕਿ ਅੰਮ੍ਰਿਤਸਰ ਸਾਹਿਬ ਦੇ ਕੁਲਚੇ ਛੋਲੇ ਖਾਣ ਆਉਂਦੇ ਸੀ ਸਾਡੇ ਬੱਚੇ। ਇਹ ਨਹੀਂ ਸੀ ਕਰਨ ਆਉਂਦੇ ਕਿ ਅੰਮ੍ਰਿਤਸਰੀ ਕੁਲਚੇ ਛੋਲੇ ਖਾਣ ਚੱਲੇ ਆ, ਉੱਥੇ ਇਹਨਾਂ ਚੀਜ਼ਾਂ ਨੂੰ ਵੇਖਣ ਆਉਂਦੇ ਸੀਗੇ। ਸਾਡੀਆਂ ਸਿੱਖ ਰਾਜ ਦੀਆਂ ਨਿਸ਼ਾਨੀਆਂ, ਸਾਡੀ ਸਿੱਖ ਨੀਤੀ, ਅਕਾਲ ਤਖਤ ਸਾਹਿਬ, ਸਾਡਾ ਦਰਬਾਰ ਸਾਹਿਬ, ਸਾਡਾ ਉੱਥੇ ਸ਼ਹੀਦੀ ਜਿਹੜੇ ਹੈਗੇ ਨੇ ਸਥਾਨ ਨੇ, ਬੁੰਗੇ ਨੇ, ਜਾਂ ਉਹ ਲੋਹਗੜ੍ਹ ਦਾ ਕਿਲਾ ਸੀਗਾ ਜਿਹੜਾ ਕਾਰ ਸੇਵਾ ਦੇ ਨਾਮ ਹੇਠ ਢਾਹ ਢਹਿਰੀ ਕਰਕੇ ਸੰਗਮਰਮਰ ਲਾ ਦਿੱਤਾ ਆ। ਇਹ ਸਾਰੀਆਂ ਚੀਜ਼ਾਂ ਸਾਡੀਆਂ ਪਨੇਰੀਆਂ ਵੇਖਣ ਆਉਂਦੀਆਂ ਸੀਗੀਆਂ। ਔਰ ਇੱਥੇ ਇੱਕ ਸੁਰੰਗ ਵੀ ਦੱਸਦੇ ਨੇ, ਔਰ ਸ਼ੇਰੇ ਪੰਜਾਬ ਦਾ ਇੱਕ ਇੱਥੇ ਬੜਾ ਸੋਹਣਾ ਸਰਕਾਰ ਉਹ ਬਣਿਆ ਸੀ ਦਰਬਾਰ, ਛੋਟਾ ਜਿਹਾ, ਬੜਾ ਵਧੀਆ, 2 ਕਿ 3 ਮੰਜ਼ਿਲਾਂ ਸੀਗੀਆਂ। ਬਾਕੀ ਇਹ ਨਿਕਲਣ ਤੇ ਹੀ ਇਹਦੀ ਖਲਾਸੀ ਹੋਣੀ ਆ। ਗਿਆਨੀਆਂ ਦਾ ਬੁੰਗਾ ਵੀ ਵੱਜਦਾ ਹੈ ਜੀ, ਹੋਰ ਕਈ ਕੁਛ ਇਹਦੇ ਨਾਲ ਜੁੜਦਾ ਆ। ਸੁਰੰਗ ਦੀ ਗੱਲ ਵੀ ਚੱਲ ਰਹੀ ਆ, ਇੱਥੋਂ 3-4 ਸੁਰੰਗਾਂ ਨਿਕਲਦੀਆਂ ਨੇ ਜਿਹੜੀਆਂ ਸਿੱਖ ਦੀਆਂ ਨਿਸ਼ਾਨੀਆਂ ਨੇ, ਵਿਰਾਸਤਾਂ ਨੇ ਜੀ। ਭਾਈ ਸਾਹਿਬ, ਜਦੋਂ ਤੁਸੀਂ ਇਸ ਮੌਕੇ ਵਾਲੀ ਜਗ੍ਹਾ ਤੇ ਪਹੁੰਚਦੇ ਹੋ, ਜਿਹੜੀ ਮਿੱਟੀ ਦੀ ਪਟਾਈ ਕਹੀਏ, ਕਿੰਨੀ ਕੁ ਫੁੱਟ ਤੇ ਅੰਦਾਜ਼ਾ ਤੁਹਾਡਾ ਕੀ ਹੋ ਸਕਦਾ ਵੀ ਕਿੰਨੀ ਪਟਾਈ ਤੇ ਕਿੰਨੇ ਫੁੱਟ ਤੇ ਉਹ ਜਿਹੜੀ ਇਮਾਰਤ ਹੈ ਜਿਹੜੀ ਇਹ ਲੱਭਦੀ ਹੈ, ਜੋ ਇਹ ਇਤਿਹਾਸਿਕ ਇਮਾਰਤ ਜਿਹੜੀ ਲੱਭੀ ਹੈ ਹੁਣ? ਇਹ ਤਾਂ ਬਹੁਤ ਥੱਲੇ ਤੱਕ ਪੁੱਟ ਕੇ ਲੈ ਗਏ ਜੀ, 25-30 ਫੁੱਟ ਇਹਨਾਂ ਨੇ ਥੱਲੇ ਨੂੰ ਮਿੱਟੀ ਪੁੱਟੀ ਆ। ਔਰ ਇਹ ਬੜਾ ਦੁੱਖ ਹੋਇਆ, 1984 ਦੇ ਵਿੱਚ ਸਰਕਾਰ ਸਾਡੇ ਤੇ ਹਮਲਾ ਕਰਦੀ ਹੈ, ਔਰ ਇਸੇ ਹੀ ਨਰੈਣੂ ਕੋੜਮੇ ਦੀ ਬਦੌਲਤ ਕਰਦੀ ਹੈ। ਇੰਦਰਾ ਗਾਂਧੀ ਦੀ ਜੁਰਤ ਨਹੀਂ ਸੀ ਉਹ ਦਰਬਾਰ ਸਾਹਿਬ ਤੇ ਹਮਲਾ ਕਰ ਸਕੇ, ਜੇ ਇਹ ਕਾਲੀ ਦਾਲ ਨਾਲ ਸਹਿਮਤ ਨਾ ਹੁੰਦੀ। ਇਹਨਾਂ ਦੀ ਬਦੌਲਤ ਹੀ ਹੋਇਆ ਸਾਰਾ ਕੁਛ। ਔਰ ਉਦੋਂ ਵਾਪਰਨ ਤੋਂ ਬਾਅਦ ਇਹਦਾ ਗਲਿਆਰਾ ਬਣਾਇਆ ਜਾਂਦਾ ਹੈ। ਸਾਡੀਆਂ ਪੁਰਾਤਨ ਵਿਰਾਸਤਾਂ ਦੱਬ ਕੇ ਸਿੱਖਾਂ ਦਾ ਕਰੋੜਾਂ ਰੁਪਈਆ ਉਹਦੇ ਗਲਿਆਰੇ ਤੇ ਲਾ ਕੇ ਪੱਥਰ ਲਾਈਟਾਂ ਤੇ ਖਰਚਿਆ ਜਾਂਦਾ ਹੈ, ਬੱਤੀਆਂ ਤੇ। ਅੱਜ ਉਸੇ ਨੂੰ ਤਹਿਸ ਨਹਿਸ ਕਰਦਿਆਂ ਫੁੱਟਿਆ ਗਿਆ। ਨਾਨਕਸ਼ਾਹੀ ਇੱਟ ਕਿਹਨੂੰ ਵੇਚੀ ਹੈ, ਇਹ ਕਸ਼ਮੀਰ ਜੀ ਭੂਰੀ ਵਾਲੇ ਹੀ ਦੱਸਣਗੇ ਜੀ। ਕਿੰਨਾਂ ਨੂੰ ਵੇਚੀ ਹੈ, ਮਿੱਟੀ ਕਿੱਥੇ ਵੇਚੀ ਹੈ, ਸਾਰਾ ਕੁਛ ਇੱਥੋਂ ਜੋ ਕੁਛ ਨਿਕਲਿਆ ਹੈ। ਔਰ ਉਹ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ, ਔਰ ਬੜਾ ਡੂੰਘਾ ਪੁੱਟ ਕੇ ਲੈ ਗਏ ਨੇ। ਇਹਨਾਂ ਦੇ ਮਨਸੂਬੇ ਕੀ ਨੇ ਉਹ ਵੀ ਜਾ ਕੇ ਪਤਾ ਲੱਗੂਗਾ ਆਉਣ ਵਾਲੇ ਦਿਨਾਂ ਵਿੱਚ, ਕੀ ਪਿੱਛੇ ਕਿਹੜੀਆਂ ਚੀਜ਼ਾਂ ਕੰਮ ਕਰ ਰਹੀਆਂ। ਅੰਦਾਜ਼ਨ ਭਾਈ ਸਾਹਿਬ 10-20 ਫੁੱਟ ਐਸੀ ਗਹਿਰਾਈ ਕਹਿ ਸਕਦੇ ਆ, ਗਹਿਰਾਈ ਤੇ ਜਾ ਕੇ ਜਿਹੜੀ ਇਹ ਨਾਨਕਸ਼ਾਹੀ ਇੱਟ ਵਾਲੀ ਇਮਾਰਤ ਲੱਭੀ ਹੈ ਜੀ, ਅੰਦਾਜ਼ਨ? ਜੀ ਭਾਈ ਸਾਹਿਬ, ਤੁਸੀਂ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ?
ਜਥੇਦਾਰ ਹੁੰਦਾ ਤਾਂ ਗੱਲ ਕਰਦੇ ਨਾ ਜੀ, ਉਹ ਤਾਂ ਬਾਦਲਾਂ ਦੇ ਬੀਬੇ ਬੱਚੇ ਨੇ ਜੀ। ਜੀ ਉਹ ਇਹ ਗੱਲ ਜ਼ਰੂਰ ਹੈ ਭਾਈ ਸਾਹਿਬ। ਅੱਜ ਸਾਡੀ ਪੰਜਾਬ ਦੇ ਸਿੱਖ ਕੌਮ ਨੂੰ ਅਸੀਂ ਵੀ ਅਪੀਲ ਕਰਨੀ ਚਾਹਾਂਗੇ ਕਿ ਇੱਕ ਅਕਾਲ ਤਖਤ ਦੇ ਜਥੇਦਾਰ ਉਹ ਸੀ ਕਾਲੀ ਫੂਲਾ ਸਿੰਘ, ਤਾਂ ਕਿ ਅੱਜ ਦੇ ਸਾਡੇ ਜਥੇਦਾਰ ਕਿ ਸਰਕਾਰ ਨੂੰ ਜਾਂ ਮੌਜੂਦਾ ਰਾਜਿਆਂ ਨੂੰ, ਉਹਨਾਂ ਨੂੰ ਇੱਥੇ ਜਿਵੇਂ ਉਸ ਸਮੇਂ ਰਾਜਿਆਂ ਨੂੰ ਜੇ ਕੋੜੇ ਲੱਗ ਸਕਦੇ ਆ, ਕਿ ਅੱਜ ਦੇ ਸਮੇਂ ਦੇ ਵਿੱਚ ਇੰਨੀ ਸਾਡੇ ਜਥੇਦਾਰਾਂ ਦੇ ਵਿੱਚ ਜ਼ਰੂਰਤ ਹੈ ਕਿ ਉਹ ਸਜ਼ਾ ਲਾ ਸਕਦੇ ਆ, ਜੇ ਕਿਸੇ ਤਰ੍ਹਾਂ ਦਾ ਐਕਸ਼ਨ ਲੈ ਸਕਦੇ ਆ। ਜਿੱਥੇ ਭਾਈ ਸਾਹਿਬ ਕਹਿ ਰਹੇ ਨੇ ਕਿ ਗੱਲ ਕਰਨ ਦੀ ਕੋਸ਼ਿਸ਼ ਕੀ ਕਰਨੀ, ਕਿਉਂਕਿ ਉਹ ਜਥੇਦਾਰ ਹੀ ਨਹੀਂ ਮੰਨ ਰਹੇ ਜੀ। ਤੇ ਭਾਈ ਸਾਹਿਬ ਇਸੇ ਤਰ੍ਹਾਂ ਫਿਰ ਤੁਸੀਂ ਕਿਸ ਤਰੀਕੇ ਨਾਲ ਹੋਰ ਕਿਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਸਿੱਖ ਕੌਮ ਹੈ ਜਾਂ ਕਿਸੇ ਤਰੀਕੇ ਸਿੱਖ ਸੰਪਰਦਾਵਾਂ ਨੇ? ਜੀ ਭਾਈ ਸਾਹਿਬ। ਦੇਖੋ ਜੀ, ਸਿੰਘ ਦਾ ਕੰਮ ਹੁੰਦਾ ਹੈ ਬਾਬਾ ਦੀਪ ਸਿੰਘ ਬਣ ਕੇ ਅਰਦਾਸ ਕਰਕੇ ਲਕੀਰ ਖਿੱਚਣੀ ਜੀ। ਉਦੋਂ ਬਾਅਦ ਇਹ ਸੰਪਰਦਾਵਾਂ, ਜਥੇਬੰਦੀਆਂ, ਸਿੱਖ ਸੰਗਤਾਂ ਦਾ ਕੰਮ ਸੀ ਉੱਥੇ ਪਹੁੰਚਣਾ। ਪਹੁੰਚੇ ਨੇ ਜੀ? ਨਾ ਕਿ ਮੈਂ ਉੱਥੇ ਘਰ ਘਰ ਜਾ ਕੇ ਪੀਪਾ ਵਜਾਉਂਦਾ ਫਿਰਾਂ ਇਹਨਾਂ ਦੇ ਬੂਹੇ ਅੱਗੇ ਵੀ ਆ ਜਾਓ ਜੀ। ਮੇਰਾ ਕੰਮ ਸੀ ਆਵਾਜ਼ ਦੇਣੀ, ਉਹ ਮੈਂ ਦਿੱਤੀ ਆ। ਹੁਣ ਤੱਕ ਉੱਥੇ ਕੁਝ ਟਾਵੀਆਂ ਸੰਗਤਾਂ ਤੋਂ ਸਿਵਾਏ ਕੋਈ ਉੱਥੇ ਪਹੁੰਚਿਆ ਨਹੀਂ ਅਜੇ ਤੱਕ। ਬੜੀ ਮਾੜੀ ਗੱਲ ਹੈ ਜੀ। ਜਥੇਬੰਦੀਆਂ ਉੱਥੇ ਪਹੁੰਚੀਆਂ ਹੁਣ। ਹਾਂ, ਕੱਲ ਭਾਈ ਅਮਰੀਕ ਸਿੰਘ ਅਜਨਾਲਾ ਦੇ 10 ਸਿੰਘ ਸਵੇਰੇ ਜਿਹੜੇ ਸੀ ਹਾਜ਼ਰੀ ਲਵਾਉਣ ਆਏ ਸੀਗੇ ਵੀ ਸਾਨੂੰ ਕੋਈ ਸੇਵਾ ਹੈਗੀ ਤਾਂ ਦੱਸ ਦਿਓ। ਉਦੋਂ ਬਾਅਦ ਮੀਡੀਆ ਦੇ ਵਿੱਚੋਂ ਕੁਝ ਫੋਨ ਆਏ, ਭਾਈ ਹਰਪ੍ਰੀਤ ਸਿੰਘ ਮਖੂ ਦਾ ਵੀ ਮੈਨੂੰ ਆਇਆ, ਔਰ ਉਹ ਜਿਹੜਾ ਵੀਰ ਸੀ ਉਹ ਲੱਖਾ ਸਿਧਾਣਾ, ਉਹਦੀ ਵੀ ਮੈਨੂੰ ਕਾਲ ਆਈ ਆ ਕਿ ਅਸੀਂ ਭਾਈ ਸਾਹਿਬ ਤੁਹਾਡੇ ਨਾਲ ਆ। ਇੱਕ ਦੋ ਹੋਰ ਸੀਗੇ ਵੀਰ ਜਿਨ੍ਹਾਂ ਦੀਆਂ, ਬਾਕੀ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਅਲੰਬਰਦਾਰ ਦੱਸਦੇ ਨੇ, ਉਹ ਸਾਰੇ ਦੇ ਸਾਰੇ ਚੁੱਪ ਧਾਰੀ ਬੈਠੇ ਆ। ਕੀ ਉਹਨਾਂ ਦੀ ਮਜਬੂਰੀ ਹੈ ਉਹੀ ਦੱਸ ਸਕਦੇ। ਮੈਂ ਇੱਥੇ ਇਸ ਮਾਧਿਅਮ ਰਾਹੀਂ ਅੰਤਰਰਾਸ਼ਟਰੀ ਜਿਹੜੀ ਸਾਡੇ ਸਿੱਖ ਸੰਪਰਦਾਵਾਂ ਜਾਂ ਸਿੱਖ ਕੌਮ ਜਾਂ ਸਿੱਖ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਆ, ਅਗਰ ਤੁਸੀਂ ਆਪਣੀ ਪੀੜ੍ਹੀ ਨੂੰ ਗੁਰਸਿੱਖੀ ਜੀਵਨ ਨਾਲ ਜੋੜਨਾ ਤਾਂ ਚਾਹੁੰਦੇ ਹੋ, ਪਰ ਜਿਹੜੀ ਸਾਡੀ ਵਿਰਾਸਤ ਹੈ ਜੇ ਅਸੀਂ ਉਹਨਾਂ ਨੂੰ ਭੁੱਲ ਬੈਠਾਂਗੇ ਤਾਂ ਸਾਡਾ ਜਿਹੜਾ ਭਵਿੱਖ ਚੰਗਾ ਨਹੀਂ ਹੋਏਗਾ। ਤਾਂ ਜਿੱਥੇ ਅਸੀਂ ਇਹ ਦੱਸਣਾ ਹੈ ਕਿ ਆਹ ਸਾਡੇ ਪੁਰਖਿਆਂ ਦੀ ਜਗ੍ਹਾ ਹੈ, ਤਾਂ ਜਿੱਥੇ ਅੱਜ ਭਾਈ ਸਾਹਿਬ ਵੱਲੋਂ ਇੰਨਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ, ਮਾੜੀ ਗੱਲ ਸਾਡੇ ਲਈ ਇਹ ਹੈ ਕਿ ਇੱਕ ਉਹ ਸਮਾਂ ਸੀ ਜਦੋਂ ਮਾਵਾਂ ਆਪਦੇ ਪੋਤਰਿਆਂ ਨੂੰ ਵੀ ਇਸ ਸੰਘਰਸ਼ਾਂ ਦੇ ਵਿੱਚ ਜਿਹੜੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਜਿਹੜੀਆਂ ਤੋਰਦੀਆਂ ਸੀ। ਅੱਜ ਦੀਆਂ ਮਾਵਾਂ ਸਾਡੇ ਬੱਚਿਆਂ ਨੂੰ ਕੈਨੇਡਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਤੋਰਦੀਆਂ ਨੇ। ਕਿ ਅੱਜ ਸਾਡੀ ਜਿਹੜੀ ਮਾਂ ਦੇ ਕੁੱਖੋਂ ਇਹੋ ਜਿਹੇ ਬੱਚੇ ਵੀ ਹੈਗੇ ਨੇ ਜਿਹੜੀ ਸਿੱਖ ਕੌਮ ਨਾਲ ਪਿਆਰ ਕਰਦੇ ਹੈਗੇ ਵੀ ਨੇ, ਪਰ ਸਾਡਾ ਜਿਹੜਾ ਰਿਸ਼ਤਾ ਅੱਜ ਜਿਹੜਾ ਸਾਡਾ ਇੰਨਾ ਦੂਰ ਹੋ ਗਿਆ, ਸਾਡੇ ਜਿਹੜੇ ਮਾਪਿਓ ਵਿਚੋਲੇ ਨੇ ਅੱਜ ਉਹ ਕਿਹੜੇ ਰਸਤੇ ਉੱਤੇ ਤੁਰੇ ਆ। ਤੇ ਅੱਜ ਸਾਰੇ ਪੰਜਾਬ ਨੂੰ ਅਪੀਲ ਕਰਦੇ ਹਾਂ, ਤੁਸੀਂ ਸਿਆਸਤ ਤੇ ਬਹੁਤ ਗੱਲਾਂ ਕਰਦੇ ਹੋ, ਸਿਆਸਤ ਦੇ ਵਿੱਚ ਬੜੀ ਦਿਲਚਸਪੀ ਲੈਂਦੇ ਹੋ। ਅੱਜ ਸਾਡੇ ਗੁਰਸਿੱਖੀ ਜੀਵਨ ਦੀ ਜਦੋਂ ਗੱਲ ਆਵੇ ਜਾਂ ਸਾਡੇ ਸਿੱਖ ਇਤਿਹਾਸ ਦੀ ਗੱਲ ਆਏ, ਚਾਹੇ ਇੱਥੇ ਦੋ ਧਿਰਾਂ ਨੇ, ਸਾਨੂੰ ਇੱਥੇ ਬੈਠ ਮਿਲ ਕੇ ਗੱਲ ਕਰਨੀ ਚਾਹੀਦੀ। ਅਸੀਂ ਦੋਵਾਂ ਨੂੰ ਗਲਤ ਨਹੀਂ ਕਵਾਂਗੇ, ਕਿਤੇ ਨਾ ਕਿਤੇ ਸਾਡੇ ਵਿੱਚ ਜਿਹੜਾ ਕਹਿ ਲਈਏ ਗਿਆਨ ਦਾ ਘਾਟ ਹੈ, ਅਸੀਂ ਇਹਨੂੰ ਜ਼ਰੂਰ ਕਹਿ ਸਕਦੇ ਹਾਂ। ਕਈ ਵਾਰੀ ਸਾਡੇ ਕੋਲ ਉਹ ਜਗ੍ਹਾ ਜਾਂ ਸਾਡੇ ਅੰਦਰ ਗੱਲ ਨਹੀਂ ਪਹੁੰਚਦੀ ਜਿਨ੍ਹਾਂ ਨੇ ਸਾਡੇ ਜਾਂ ਕਹਿ ਲਈਏ ਕਵਿਸ਼ਰੀ ਨੇ ਜਾਂ ਸਾਨੂੰ ਪੜ੍ਹਾਉਣ ਵਾਲੇ ਨੇ, ਸੰਸਥਾਵਾਂ ਨੇ, ਉਹ ਸਾਨੂੰ ਗਿਆਨ ਨਹੀਂ ਉਸ ਤਰੀਕੇ ਨਾਲ ਦੇ ਰਹੇ। ਇਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਖਾ ਰਹੀਆਂ। ਤਾਂ ਭਾਈ ਸਾਹਿਬ ਤੁਸੀਂ ਇਸ ਵਕਤ ਜੇ ਪੰਜਾਬ ਨੂੰ ਜਾਂ ਪੂਰੇ ਦੁਨੀਆ ਭਰ ਦੇ ਸਿੱਖ ਸੰਗਤਾਂ ਨੂੰ ਅਪੀਲ ਕਰਨੇ ਚਾਹੁੰਦੇ ਹੋ PBC ਦੇ ਮਾਧਿਅਮ ਰਾਹੀਂ, ਤੁਸੀਂ ਕਰ ਸਕਦੇ ਹੋ ਜੀ। ਮੈਂ ਇਹ ਕਹਿਣਾ ਚਾਹੁੰਦਾ ਆ ਸਮੁੱਚੀ ਸਿੱਖ ਸੰਗਤ ਨੂੰ, ਤੁਹਾਡਾ ਗੁਰੂ ਪੰਥ ਦਾ ਮੈਂ ਗੁਲਾਮ ਆ, ਅਪੀਲ ਬੇਨਤੀ ਕਰ ਸਕਦਾ ਗੁਰੂ ਪੰਥ ਨੂੰ ਕਿ ਆਓ ਸਾਰੇ ਮਿਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ ਜੀ। ਤੇ ਉਹ ਪੁੱਛਣਗੇ ਵੀ ਹਿੱਸਾ ਕਿਵੇਂ ਬਣੀਏ ਜੀ। ਹਿੱਸਾ ਬਣਨ ਵਾਸਤੇ ਅੱਜ ਜਿਹੜਾ ਸਾਡਾ ਪ੍ਰਬੰਧਕੀ ਢਾਂਚਾ ਹੈ, ਉਹ ਸਮੇਂ ਦੀ ਗਰਦਸ਼ ਨੇ ਸਾਨੂੰ ਸਿਲੈਕਸ਼ਨ ਚੋਂ ਕੱਢ ਕੇ ਇਲੈਕਸ਼ਨ ਚ ਫਸਾ ਦਿੱਤਾ ਹੈ ਜੀ। ਔਰ ਉਹ ਇਲੈਕਸ਼ਨ ਸਰਕਾਰਾਂ ਕਰਵਾਉਂਦੀਆਂ ਨੇ, ਔਰ ਉਹ ਇਲੈਕਸ਼ਨ ਸਿਆਸੀ ਲੋਕ ਲੜਦੇ ਨੇ ਜੀ। ਔਰ ਉਹ ਇਲੈਕਸ਼ਨ ਦੇ ਵੋਟਰ ਸਿੱਖ ਬਣਨ ਨੂੰ ਤਿਆਰ ਨਹੀਂ। ਬੇਨਤੀ ਕਰਦਾ ਹੈ ਭਾਈ ਸਿੱਖੋ, ਇਸ ਗੰਦ ਚੋਂ ਨਿਕਲਣ ਵਾਸਤੇ ਜੀ 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 ਭਾਈ ਸਾਹਿਬ। ਤਾਂ ਮੈਂ ਇੱਕ ਵਾਰ ਔਜਲਾ ਜੀ ਤੁਹਾਡਾ ਸਵਾਗਤ ਹੈ PBC ਨਿਊਜ਼ ਤੇ ਜੀ। ਜੀ ਜੀ ਔਜਲਾ ਸਾਹਿਬ,
ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਇੱਕ ਵਿਰਾਸਤ ਇਮਾਰਤ ਇੱਕ ਲੱਭੀ ਗਈ ਹੈ, ਜਿਸ ਤੇ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਉੱਥੇ ਇੱਕ ਭਾਈ ਬਲਦੇਵ ਸਿੰਘ ਵਡਾਲਾ ਜੀ ਸਾਬਕਾ ਹਜੂਰੀ ਰਾਗੀ ਵੱਲੋਂ ਜਿਹੜਾ ਹੈ ਉੱਥੇ ਪਹੁੰਚਦੇ ਹੈ ਤੇ ਉੱਥੇ ਕਾਫੀ ਵਿਰੋਧ ਹੋ ਰਿਹਾ ਹੈ। ਤੇ ਕਿਸ ਤਰੀਕੇ ਨਾਲ ਤੁਸੀਂ ਕਿਸੇ ਤਰੀਕੇ ਨਾਲ ਉੱਥੋਂ ਦੀ ਜਾਣਕਾਰੀ ਲਈ ਹੈ ਕਿ ਉੱਥੋਂ ਜਿਹੜੀ ਇਮਾਰਤ ਵਿਰਾਸਤ ਇਮਾਰਤ ਜਿਹੜੀ ਲੱਭੀ ਗਈ ਹੈ ਉਸ ਨੂੰ ਢਹਿ ਢੇਰੀ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਸਾਨੂੰ ਇਹ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ। ਜੀ ਔਜਲਾ ਸਾਹਿਬ। ਦੇਖੋ, ਮੈਂ ਤੇ ਆਰਕੋਲੋਜੀ ਡਿਪਾਰਟਮੈਂਟ ਨੂੰ ਉਦੋਂ ਹੀ ਲਿਖਤਾ ਸੀ, ਡਿਪਟੀ ਕਮਿਸ਼ਨਰ ਨੂੰ ਵੀ ਚਿੱਠੀ ਚਲੇ ਗਈ ਸੀ, ਡਿਪਟੀ ਕਮਿਸ਼ਨਰ ਮੇਰੇ ਟੱਚ 'ਚ ਨੇ ਜੀ। ਔਰ ਕੱਲ ਉਹਨਾਂ ਦੀ ਟੀਮ ਆਈ ਵੀ ਸੀ, ਉਹ ਵੇਖ ਕੇ ਗਈ। ਉਹ ਇੱਕ ਅੱਧੇ ਦਿਨ 'ਚ ਰਿਪੋਰਟ ਦਿੰਦੀ ਹੈ ਸਾਰੀ ਉਹਦੀ, ਉਹ ਕੀ ਹੈ ਕਿੰਨਾ ਪੁਰਾਣਾ ਹੈ ਜੀ। ਤੇ ਉਸ ਤੋਂ ਬਾਅਦ ਜਿਹੜੀਆਂ ਵਿਰਾਸਤਾਂ ਨੇ ਉਹਨਾਂ ਨੂੰ ਤੇ ਸਾਂਭਣਾ ਚਾਹੀਦਾ ਜੀ। ਕੋਈ ਵਿਰਾਸਤ ਜਿਹੜੀ ਹੈ ਉਹ ਖਤਮ ਨਹੀਂ ਕਰਨੀ ਚਾਹੀਦੀ, ਇਹ ਸਾਡਾ ਸਰਮਾਇਆ ਹੁੰਦਾ ਜੀ। ਔਰ ਕਿਸੇ ਵੀ ਰੂਪ 'ਚ ਹੋਵੇ ਇਹਨੂੰ ਤਾਂ ਮੈਕਸਿਮਮ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸੰਭਾਲ ਕੇ ਰੱਖਣ ਦੀ ਜੀ। ਉਹ ਔਜਲਾ ਸਾਹਿਬ ਜੀ 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 ਔਜਲਾ ਸਾਹਿਬ, ਇਹ ਖਤਮ ਹੋਣਗੀਆਂ ਤੇ ਇਤਿਹਾਸ ਤੇ ਵੀ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ। ਇਹਨਾਂ ਨੂੰ ਵੇਖ ਕੇ ਤੇ ਸਾਡੇ ਬੱਚਿਆਂ ਨੂੰ ਪਤਾ ਲੱਗੂ ਸਾਡੇ ਪੁਰਖੇ ਕਿੱਦਾਂ ਰਹਿੰਦੇ ਸੀ, ਕੀ ਹਾਲਾਤ ਸਨ। ਔਰ ਅੱਜ ਤੱਕ ਜਿੰਨੇ ਵੀ ਡਿਵੈਲਪ ਕੰਟਰੀ ਤੁਸੀਂ ਦੇਖੋ, ਉਹਨਾਂ ਨੇ ਹਰ ਇੱਕ ਨੇ ਆਪਣੀ ਵਿਰਾਸਤ ਸਾਂਭ ਕੇ ਰੱਖੀ ਹੈ। ਸੋ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਜਿਹੜਾ ਵਾ ਉਹਨਾਂ ਨੂੰ ਮਾਰਗਦਰਸ਼ਕ ਦਿੰਦੀਆਂ ਨੇ ਵਿਰਾਸਤਾਂ, ਕਿ ਸਾਡੇ ਇੰਨੇ ਬਜ਼ੁਰਗ ਚੰਗੇ ਸੀ, ਕਿਸ ਤਰ੍ਹਾਂ ਦੀ ਉਹ ਰਹਿੰਦੇ ਸੀ, ਕਿਹੜੇ ਹਾਲਾਤ ਸਨ ਜੀ। ਸੋ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਰੱਖਣਾ ਚਾਹੀਦਾ ਹੈ ਔਰ ਸ਼੍ਰੋਮਣੀ ਕਮੇਟੀ ਨੂੰ ਇਹਦੇ ਸਾਥ ਦੇਣਾ ਚਾਹੀਦਾ ਹੈ ਜੀ, ਔਰ ਮਹਾਂਪੁਰਸ਼ਾਂ ਨੂੰ ਵੀ ਦੇਣਾ ਚਾਹੀਦਾ ਜਿਹੜੇ ਵੀ ਕਾਰ ਸੇਵਾ ਕਰਦੇ ਜੀ। ਔਜਲਾ ਸਾਹਿਬ, ਇੱਕ ਗੱਲ ਇੱਥੇ ਹੋਰ ਹੈ, ਜਦੋਂ ਉੱਥੇ ਭਾਈ ਸਾਹਿਬ ਪਹੁੰਚਦੇ ਹੈ, ਜਦੋਂ ਬੜੇ ਪਿਆਰ ਨਾਲ ਗੱਲ ਕੀਤੀ ਜਾਂਦੀ ਹੈ, ਪਰ ਉੱਥੇ ਜਦੋਂ ਪ੍ਰਸ਼ਾਸਨ ਪਹੁੰਚਦਾ, ਪ੍ਰਸ਼ਾਸਨ ਵਿਸ਼ਵਾਸ ਦਿਵਾਉਂਦਾ ਤੇ ਭਾਈ ਸਾਹਿਬ ਕਹਿੰਦੇ ਕਿ ਭਲਵਾਨੀ ਕਿਹੜਾ ਇੱਕ ਲਾ ਜਾਂਦੇ ਆ ਤੇ ਹਦਾਇਤ ਜ਼ਰੂਰ ਕਰ ਦਿੰਦੇ ਆ। ਉੱਥੇ ਜਿੱਥੇ ਪੁਲਿਸ ਪ੍ਰਸ਼ਾਸਨ ਉੱਥੇ ਹੁੰਦਾ ਤੇ ਰਾਤ ਦੇ 11 ਜਾਂ 11:15 ਵਜੇ ਉੱਥੇ ਫਿਰ ਜਿਹੜੀ ਉਸ ਦੀ ਪਟਾਈ ਸ਼ੁਰੂ ਹੋ ਜਾਂਦੀ ਹੈ। ਕਿਵੇਂ ਦੇਖਦੇ ਹੋ? ਇੱਕ ਪ੍ਰਸ਼ਾਸਨ ਵੀ ਮੌਜੂਦ ਹੈ ਜੀ। ਮੈਨੂੰ ਇਹ ਮੇਰੀ ਇਹ ਨੌਲੇਜ ਨਹੀਂ ਕਿ ਸੇਮ ਜਗ੍ਹਾ ਦੀ ਪਟਾਈ ਹੋਈ ਜਾਂ ਕਿਤੇ ਲਾਗੇ ਬੰਨੇ ਹੋਈ ਜੀ। ਉਹਨਾਂ ਨੇ ਵੀਡੀਓਗ੍ਰਾਫੀ ਕੀਤੀ ਹੈ, ਭਾਈ ਸਾਹਿਬ ਨੇ ਵੀਡੀਓਗ੍ਰਾਫੀ ਕੀਤੀ, ਉਹਨਾਂ ਨੇ ਸ਼ਾਇਦ ਕਿਹਾ ਐਸਐਸਪੀ ਸਾਹਿਬ ਨੂੰ ਦੁਬਾਰਾ ਸੈਂਡ ਕੀਤੀ ਹੈ ਜੀ। ਨਹੀਂ ਜੀ, ਮੈਂ ਉਹ ਚੈੱਕ ਕਰ ਲੈਣਾ ਵਾ, ਮੇਰੇ ਧਿਆਨ 'ਚ ਨਹੀਂਗਾ ਕਿ ਦੁਬਾਰਾ ਉਹਦੀ ਖੁਦਾਈ ਕੀਤੀ ਹੈ। ਲਾਗੇ ਨੂੰ ਸਿਰਫ ਜਿਹੜੀ ਉਹ ਜਗ੍ਹਾ ਨਿਕਲੀ ਉਹ ਉੱਥੇ ਰੋਕੀ ਗਈ ਹੈ ਵੀ ਇਹਨਾਂ ਨੂੰ ਢਾਇਆ ਨਾ ਜਾਵੇ, ਇਹਨਾਂ ਤੇ ਕੁਝ ਕੀਤਾ ਨਾ ਜਾਵੇ। ਉਹ ਚੀਜ਼ਾਂ ਤੇ ਮੇਰਾ ਖਿਆਲ ਨਹੀਂ ਨਾ ਖੁਦਾਈ ਕੀਤੀ ਹੋਊਗੀ, ਜੇ ਕੀਤੀ ਹੈ ਤੇ ਮਾੜੀ ਗੱਲ ਹੈ, ਪਰ ਮੈਂ ਚੈੱਕ ਕਰ ਲੈਣਾ ਜੀ। ਚੈੱਕ ਕਰਨ ਤੋਂ ਬਾਅਦ ਹੀ ਮੈਂ ਦੱਸ ਸਕਦਾ। ਔਜਲਾ ਸਾਹਿਬ, ਤੁਸੀਂ ਹੁਣ ਕੋਈ ਜਾਇਜ਼ਾ ਲਿਆ ਉੱਥੇ ਜਿਹੜਾ ਆਰਕੀਓਲੋਜੀ ਡਿਪਾਰਟਮੈਂਟ ਤੇ? ਮੈਂ ਤੁਹਾਨੂੰ ਦੱਸਿਆ ਜੀ, ਕੱਲ ਟੀਮ ਹੋ ਕੇ ਗਈ ਹੈ। ਮੈਂ ਅੱਜ ਚੰਡੀਗੜ੍ਹੋਂ ਜਸਟ ਅਜੇ ਹੁਣੇ ਅੰਮ੍ਰਿਤਸਰ ਪਹੁੰਚਿਆ ਹੀ ਹਾਂ ਔਰ ਦੇਖਦਾ ਜਾ ਕੇ ਮੈਂ ਡੀਸੀ ਨਾਲ ਗੱਲ ਕਰਕੇ ਫਿਰ ਵਿਜ਼ਿਟ ਵੀ ਕਰਦੇ ਔਰ ਪਤਾ ਵੀ ਕਰਦੇ ਸਾਰਾ ਕੀ ਮਸਲਾ ਹੈ ਸਾਰਾ ਇਹ। ਔਰ ਮੈਂ ਤੁਹਾਨੂੰ ਇਹ ਦੱਸਾਂ ਕਿ ਵਿਰਾਸਤਾਂ ਜਿਹੜੀਆਂ ਸਾਂਭਣੀਆਂ ਚਾਹੀਦੀਆਂ, ਮੈਂ ਇਹਦੇ ਹੱਕ 'ਚ ਔਰ ਖੜਾ ਵੀ ਜੀ। ਧੰਨਵਾਦ ਔਜਲਾ ਸਾਹਿਬ, ਤੁਸੀਂ ਪੀਬੀਸੀ ਵਾਸਤੇ ਸਮਾਂ ਕੱਢਿਆ ਜੀ। ਜੀ ਸਾਨੂੰ ਤਾਂ ਇਸੇ ਤਰ੍ਹਾਂ ਸਾਡੇ ਨਾਲ ਗੁਰਜੀਤ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਸੀਗੇ ਉਹ ਵੀ ਸਾਡੇ ਨਾਲ ਜੁੜੇ ਹੈ। ਭਾਈ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਔਜਲਾ ਸਾਹਿਬ ਨੇ ਕਿਹਾ ਕਿ ਅਸੀਂ ਉੱਥੇ ਜਿਹੜੀ ਹੈ ਪੂਰੀ ਦੇਖ ਰੇਖ ਕਰਾਂਗੇ, ਕੋਈ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ। ਕਿਵੇਂ ਉਹਨਾਂ ਦੇ ਵਿਸ਼ਵਾਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਮੈਂ ਤੇ ਇਹ ਕਹਾਂਗਾ ਕਿ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ ਤੋਂ ਚੋਰੀ ਵੇਚੇ ਗਏ ਬਾਦਲਕਿਆਂ ਦੇ ਪ੍ਰਬੰਧ ਹੇਠ ਜੀ 9 ਮਹੀਨਿਆਂ ਤੋਂ ਅਸੀਂ ਉੱਥੇ ਪੰਥਕ ਹੋਕਾ ਦੇ ਰਹੇ ਹਾਂ। ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ, ਇਹਨਾਂ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਜਾ ਕੇ ਕੀਰਤਨ ਕਰ ਚੁੱਕੇ ਹਾਂ। ਹੇਠਲੀਆਂ ਅਦਾਲਤਾਂ ਸਾਡੇ ਕੇਸ ਨੂੰ ਡਿਸਮਿਸ ਕਰ ਗਈਆਂ, ਹਾਈ ਕੋਰਟ ਦੇ ਸਾਨੂੰ ਰਾਹ ਤੋਰ ਦਿੱਤਾ ਆ। ਤੇ ਮੈਂ ਇਸ ਨਜ਼ਰੀਏ ਨਾਲ ਵੇਖਦਾ ਕਿ ਜਿਹੜੇ ਪੰਜਾਬ ਦੇ ਮੰਤਰੀ, ਪੰਜਾਬ ਸਰਕਾਰ, ਪੰਜਾਬ ਤੇ ਰਾਜ ਕਰਨ ਵਾਲੇ ਇਹ ਸਾਰੇ ਜਿੰਨੇ ਵੀ ਹੈਗੇ ਆ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ ਇਹ ਕੁਛ ਕਰ ਸਕੇ, ਮੈਨੂੰ ਨਹੀਂ ਲੱਗਦਾ ਇਹ ਸਾਡੀਆਂ ਵਿਰਾਸਤਾਂ ਲਈ ਕੁਛ ਕਰਨਾ। ਪਰ ਉਹ ਜੀ, ਉਹ ਤੁਹਾਡੀ ਗੱਲ ਜ਼ਰੂਰ ਠੀਕ ਹੈ। ਇੱਕ ਉਹਨਾਂ ਨੇ ਵਿਸ਼ਵਾਸ ਦਿਵਾਇਆ, ਇਸ ਵਿਸ਼ਵਾਸ ਨੂੰ ਕਿਵੇਂ ਦੇਖਦੇ ਹੋ ਭਾਈ ਸਾਹਿਬ? ਜੇ ਇੱਕ ਉਹਨਾਂ ਵਿਸ਼ਵਾਸ ਮੈਂ ਗੋਡੇ ਤੇ ਰਗੜ ਕੇ ਲਾਉਣਾ ਜੀ, ਵਿਸ਼ਵਾਸ ਤਾਂ ਸਾਰੇ ਦਵਾਈ ਜਾਂਦੇ ਨੇ ਜੀ। ਜੀ ਭਾਈ ਸਾਹਿਬ, ਕੰਮ ਵੀ ਕਰਕੇ ਦੱਸਣ ਨਾ ਜੀ। ਵਿਸ਼ਵਾਸ ਨੂੰ ਅਸੀਂ ਬਿਲਕੁਲ, ਵਿਸ਼ਵਾਸ ਤਾਂ ਇਹ ਵੀ ਦਹਾਕਿਆਂ ਤੋਂ ਦਵਾਇਆ ਜਾ ਰਿਹਾ ਆ ਕਿ ਅਸੀਂ ਪੰਜਾਬ ਲਈ ਲੜ ਰਹੇ ਹਾਂ। ਮੈਨੂੰ ਦੱਸਿਓ ਕਿੰਨੇ ਕੁ ਮੰਤਰੀ ਨੇ, ਕਿੰਨੇ ਕੁ ਐਮਪੀ ਨੇ, ਐਮਐਲਏ ਨੇ, ਮੁੱਖ ਮੰਤਰੀ ਆ ਜਿਨ੍ਹਾਂ ਨੇ ਪੰਜਾਬ ਦੇ ਪਾਣੀ, ਪੰਜਾਬ ਦੀ ਧਰਤੀ, ਪੰਜਾਬ ਦਾ ਵਾਤਾਵਰਣ, ਪਾਉਣ, ਪਾਣੀ, ਧਰਤੀ, ਉਹਦੀ ਜਵਾਨੀ, ਉਹਦੀ ਬਜ਼ੁਰਗੀ, ਉਹਦੀ ਅਜ਼ਮਤ, ਉਹਦੀ ਸਨਅਤ, ਉਹਦੀ ਕਿਰਸਾਨੀ, ਉਹਦੀ ਸਿਹਤ, ਉਹਦੀ ਸਿੱਖਿਆ, ਉੱਥੇ ਦੀ ਜਵਾਨੀ, ਉੱਥੇ ਦੀ ਬਜ਼ੁਰਗੀ, ਉੱਥੇ ਦਾ ਭਵਿੱਖ, ਉੱਥੇ ਦੇ ਸਿਧਾਂਤ ਕਿੰਨਿਆਂ ਕਿੰਨੇ ਪਹਿਰਾ ਦਿੱਤਾ ਮੈਨੂੰ ਦੱਸ ਦੇਣ ਅੱਜ ਤੱਕ ਕਈ ਦਹਾਕਿਆਂ ਤੋਂ। ਤਾਂ ਹੀ ਵਿਸ਼ਵਾਸ ਕਰਾਂ ਨਾ। ਬਿਲਕੁਲ ਜੀ, ਬਿਲਕੁਲ। ਤੇ ਗੱਲੀ ਬਾਤੀ ਤਾਂ ਸਾਰੇ ਵਿਸ਼ਵਾਸ ਦਿਵਾਉਂਦੇ ਨੇ।
ਜਿਨ੍ਹਾਂ ਦੇ ਘਰਾਂ 'ਚ ਜਾ ਕੇ ਕੀਰਤਨ ਕੀਤਾ ਉਹਨਾਂ ਨੇ ਵੀ ਕਿਹਾ ਸੀਗਾ ਅਸੀਂ ਤੁਹਾਡੇ ਨਾਲ ਆ, ਪਰ ਉਹ ਕਹਿਣ ਨੂੰ ਕੁਝ ਹੋਰ ਹੁੰਦਾ ਹੈ, ਨਿਕਲਦਾ ਕੁਝ ਹੋਰ ਹੁੰਦਾ ਹੈ। ਬਾਕੀ ਹੁਣ ਦੇਖੋ ਔਜਲਾ ਸਾਹਿਬ ਹੋਣਾ ਦੀ ਉਹ ਜੇ ਸਿੱਖੀ ਨਾਲ ਕੋਈ ਸਨੇਹ ਹੈ ਤਾਂ ਜ਼ਰੂਰ ਗੱਲ ਕਰਨਗੇ। ਹੁਣ ਪਿਓ ਤਾਂ ਭਵਿੱਖ ਨੇ ਦੱਸ ਹੀ ਦੇਣਾ ਕੀ ਤਾਂ ਜੀ। ਤਾਂ ਭਾਈ ਸਾਹਿਬ ਅਸੀਂ ਵੀ ਆਸ ਇਹੀ ਕਰਦੇ ਹਾਂ ਸਾਡੇ ਪੰਜਾਬ ਦੇ ਵਾਸੀਆਂ ਨੂੰ, ਚਾਹੇ ਉਹ ਦੇਸ਼ ਭਰ 'ਚ ਨੇ ਚਾਹੇ ਉਹ ਦੁਨੀਆ ਭਰ 'ਚ ਬੈਠੇ ਨੇ, ਕਿ ਆਓ ਆਪਾਂ ਮਿਲ ਕੇ ਇਸ ਦਾ ਯਤਨ ਕਰੀਏ। ਅਸੀਂ ਜਿੱਥੇ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਬਚਾਉਣ ਦਾ, ਤੁਸੀਂ ਵੀ ਉੱਥੇ ਆਣ ਕੇ ਆਪਦਾ ਸਾਥ ਦਿਓ। ਬਲਕਿ ਜੇ ਤੁਸੀਂ ਆਪਦੇ ਬੱਚਿਆਂ ਨੂੰ ਗਾਂਹ ਦੱਸਣਾ ਚਾਹੁੰਦੇ ਹੋ ਕਿ ਅਸੀਂ ਸਾਡੇ ਵੱਡੇ ਪੁਰਖਿਆਂ ਦੀਆਂ ਜਗ੍ਹਾ ਨੇ, ਤਾਂ ਇਹ ਸਾਨੂੰ ਹੰਬਲਾ ਮਾਰਨਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਵਿਰਾਸਤ ਪੂਰੀ ਤਰ੍ਹਾਂ ਖਤਮ ਹੋਣ ਦੇ ਕੰਢੇ ਹੋਏਗੀ। ਭਾਈ ਸਾਹਿਬ ਤੁਸੀਂ PBC ਨਿਊਜ਼ ਵਾਸਤੇ ਆਪਦਾ ਕੀਮਤੀ ਸਮਾਂ ਕੱਢਿਆ, ਸਾਡੇ ਨਾਲ ਵਿਚਾਰ ਚਰਚਾ ਕੀਤੀ ਇਸ ਵਿਸ਼ੇ ਉੱਤੇ। ਅਗਰ ਕਿਸੇ ਤਰੀਕੇ ਦੀ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਜਾਂ ਸਾਡੇ ਨਾਲ ਤੁਸੀਂ ਫਿਰ ਦੁਬਾਰਾ ਗੱਲਬਾਤ ਅਸੀਂ ਲੈ ਕੇ ਆਵਾਂਗੇ, ਜਾਂ ਕਿਸ ਮਸਲੇ ਉੱਤੇ ਕੀ ਤਰੀਕੇ ਜੈਸੀ ਉਹ ਤੁਹਾਨੂੰ ਵਿਜ਼ੂਅਲ ਵੀ ਦਿਖਾਵਾਂਗੇ ਕਿ ਜਿਹੜੇ ਅਸਲ ਦੇ ਵਿੱਚ ਉੱਥੋਂ ਦੇ ਹਾਲਾਤ ਕੀ ਸੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਤੁਸੀਂ ਇਸੇ ਤਰ੍ਹਾਂ PBC ਨਾਲ ਬਣਿਆ ਰਿਹਾ ਕਰੋ ਤਾਂ ਕਿ ਅਸੀਂ ਤੁਹਾਨੂੰ तमाम ਪੰਜਾਬ ਦੀਆਂ ਖਬਰਾਂ ਤੇ ਨਾਲ ਦੀ ਨਾਲ ਦੁਨੀਆ ਭਰ ਦੀ ਜਿਹੜੀ ਹੈ ਗੱਲ ਹੁੰਦੀ ਹੈ ਉਸ 'ਤੇ ਚਰਚਾ ਕਰਦੇ ਆ। ਪਰ ਅੱਜ ਦੋਸਤੋ ਸਾਡੀ ਸਿੱਖ ਕੌਮ ਉੱਤੇ ਜਿਹੜੀ ਹੈ ਇਹ ਬੜੀ ਵੱਡੀ ਲੋੜ ਹੈ, ਸਾਨੂੰ ਇਸ ਇਤਿਹਾਸ ਨੂੰ ਸਾਂਭਣਾ ਚਾਹੀਦਾ ਹੈ। ਤਾਂ ਤੁਸੀਂ ਇਸੇ ਤਰ੍ਹਾਂ PBC ਨਿਊਜ਼ ਨਾਲ ਜੁੜੇ ਰਹੋ। ਜਾਣੀ ਕਿ ਮੈਨੂੰ ਗੁਰਲਾਲ ਸਿੰਘ ਤੇ ਸਾਡੀ ਟੀਮ ਨੇ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ PBC ਨਿਊਜ਼।